ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਦਾ ਲੈਸਨ ਨੰਬਰ 1 ਵੈਲਿਊ ਆਫ ਮਨੀ ਅਰਥਾਤ ਪੈਸੇ ਦੀ ਕੀਮਤ। ਇਸ ਲੈਸਨ ਦੀ ਅਸੀਂ ਰੀਡਿੰਗ ਕਰਾਂਗੇ ਤੇ ਨਾਲ ਐਕਸਪਲੇਨੇਸ਼ਨ ਸ਼ਬਦਾਂ ਦੇ ਅਰਥ ਤੁਹਾਨੂੰ ਦੱਸਾਂਗੇ। ਸੋ ਜਿਹੜੇ ਮੁਸ਼ਕਿਲ ਸ਼ਬਦ ਆਣਗੇ, ਨਵੇਂ ਸ਼ਬਦ ਅੰਗਰੇਜ਼ੀ ਦੇ ਮਿਲਣਗੇ, ਤੁਸੀਂ ਉਹ ਸਾਰਿਆਂ ਦੇ ਅਰਥ ਜਿਹੜੇ ਨੇ ਉਹ ਨਾਲ ਆਪਣੀ ਨੋਟਬੁੱਕ ਵਿੱਚ ਨੋਟ ਕਰ ਲੈਣੇ ਨੇ। ਸੋ ਆਓ ਸ਼ੁਰੂ ਕਰੀਏ। ਅੱਛਾ, ਸ਼ੁਰੂ ਕਰਨ ਤੋਂ ਪਹਿਲੇ ਵਿਦਿਆਰਥੀਓ ਮੈਂ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ 8ਵੀਂ ਜਮਾਤ ਦੀਆਂ 3 ਪਲੇਲਿਸਟਾਂ ਹੋ ਰਹੀਆਂ, 8th ਮੈਥ, 8th ਮੈਥ ਨੋਟਸ ਅਤੇ 8th ਸਾਇੰਸ। ਸੋ ਤੁਸੀਂ ਮੈਥ ਔਰ ਸਾਇੰਸ ਦੇ ਵੀਡੀਓ ਵੀ ਇਸੇ ਚੈਨਲ ਤੇ ਦੇਖ ਸਕਦੇ ਹੋ। ਸੋ ਲੈਸਨ ਦਾ ਸ਼ੁਰੂ ਹੁੰਦਾ ਹੈ। I was 14 ਅਰਥਾਤ ਮੈਂ 14 ਸਾਲ ਦੀ ਸੀ। When I learned the value of money ਜਦੋਂ ਮੈਂ ਪੈਸੇ ਦੀ ਕੀਮਤ ਨੂੰ ਸਿੱਖਿਆ, ਸਮਝਿਆ, ਜਾਣਿਆ 14 ਸਾਲ ਦੀ ਉਮਰ ਵਿੱਚ। I wanted to get myself a new computer ਮੈਂ ਆਪਣੇ ਵਾਸਤੇ ਇੱਕ ਨਵਾਂ ਕੰਪਿਊਟਰ ਪ੍ਰਾਪਤ ਕਰਨਾ ਚਾਹੁੰਦੀ ਸੀ। Although there was nothing wrong with the computer I was already using ਹਾਲਾਂਕਿ although ਦਾ ਮਤਲਬ ਹਾਲਾਂਕਿ there was nothing wrong ਉਹਦੇ ਵਿੱਚ ਕੋਈ ਗੜਬੜ ਨਹੀਂ ਸੀ। ਕਿਹਦੇ ਵਿੱਚ ਕੋਈ ਗੜਬੜ ਨਹੀਂ ਸੀ? with the computer ਉਸ ਕੰਪਿਊਟਰ ਨਾਲ I was already using ਜਿਹੜਾ ਕੰਪਿਊਟਰ ਮੈਂ ਪਹਿਲਾਂ ਤੋਂ ਹੀ ਵਰਤਦੀ ਪਈ ਸੀ, ਹਾਲਾਂਕਿ ਉਹਦਾ ਕੋਈ ਮਸਲਾ ਨਹੀਂ ਸੀ, ਉਹਦੇ ਨਾਲ ਕੋਈ ਸਮੱਸਿਆ ਨਹੀਂ ਸੀ, ਪਰ ਫਿਰ ਵੀ ਮੈਂ ਨਵਾਂ ਕੰਪਿਊਟਰ ਲੋਚਦੀ ਸੀ, ਚਾਹੁੰਦੀ ਸੀ। ਕਹਿੰਦੇ ਇਟ ਵਾਜ਼ ਸਮਰ ਬ੍ਰੇਕ। ਬ੍ਰੇਕ ਦਾ ਮਤਲਬ ਹੁੰਦਾ ਇੱਕ ਤੇ ਬ੍ਰੇਕ ਹੁੰਦਾ ਤੋੜਨਾ ਹੁੰਦਾ ਹੈ, ਤੇ ਇੱਥੇ ਬ੍ਰੇਕ ਦਾ ਮਤਲਬ ਹੁੰਦਾ ਵਕਫਾ, ਆਫ। ਸਮਰ ਬ੍ਰੇਕ ਦਾ ਮਤਲਬ ਕਿ ਗਰਮੀਆਂ ਦੀਆਂ ਛੁੱਟੀਆਂ ਸੀ। ਇਟ ਵਾਜ਼ ਸਮਰ ਬ੍ਰੇਕ, ਗਰਮੀਆਂ ਦੀਆਂ ਛੁੱਟੀਆਂ ਸੀ। ਐਂਡ ਆਈ ਹੈਡ ਬੀਨ ਵਾਚਿੰਗ ਅ ਲੋਟ ਆਫ ਟੀਵੀ। ਲੋਟ ਆਫ ਮੈਨੇ ਬਹੁਤ ਜ਼ਿਆਦਾ, ਤੇ ਛੁੱਟੀਆਂ ਸੀਗੀਆਂ ਤੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਟੀਵੀ ਦੇਖ ਰਹੀ ਸੀ। There was this one advertisement ਤੇ ਉੱਥੇ ਇੱਕ ਇਹ ਮਸ਼ਹੂਰੀ ਸੀਗੀ। That would pop up on screen ਜਿਹੜੀ ਮੁੜ ਕੇ ਸਕਰੀਨ ਦੀ, ਟੀਵੀ ਦੀ ਸਕਰੀਨ ਤੇ ਉੱਭਰ ਕੇ ਆਉਂਦੀ ਸੀ। All the time ਹਰ ਵੇਲੇ। It was for the latest Bell computer ਤੇ ਇਹ ਮਸ਼ਹੂਰੀ ਕਿਹਦੇ ਲਈ ਸੀਗੀ? ਜਿਹੜਾ ਮਾਰਕੀਟ ਵਿੱਚ ਲੇਟੈਸਟ ਸਭ ਤੋਂ ਨਵਾਂ ਬੈਲ ਕੰਪਿਊਟਰ ਆਇਆ ਸੀ। ਬੈਲ ਕੰਪਨੀ ਦਾ ਨਾਮ ਹੈ ਇੱਥੇ, ਬੈਲ ਕੰਪਿਊਟਰ ਜਿਹੜਾ ਸਭ ਤੋਂ ਨਵਾਂ ਸੀਗਾ, ਲੇਟੈਸਟ, ਉਹ ਮਸ਼ਹੂਰੀ ਉਹਦੇ ਬਾਰੇ ਸੀ। ਇਟ ਹੈਡ ਦੀ ਫਾਸਟੈਸਟ ਪ੍ਰੋਸੈਸਰ ਇਹਦਾ ਪ੍ਰੋਸੈਸਰ ਉਸ ਵੇਲੇ ਦੇ ਹਿਸਾਬ ਦੇ ਨਾਲ ਸਭ ਤੋਂ ਤੇਜ਼ ਸੀਗਾ। ਐਂਡ ਅਨਬਿਲੀਵੇਬਲੀ ਹਾਈ ਸਟੋਰੇਜ। ਬਿਲੀਵੇਬਲ ਹੁੰਦਾ ਬੱਚਿਓ ਜੇ ਤੇ ਵਿਸ਼ਵਾਸ ਕੀਤਾ ਜਾ ਸਕੇ, ਅਨਬਿਲੀਵੇਬਲ ਜੇ ਤੇ ਵਿਸ਼ਵਾਸ ਨਾ ਕੀਤਾ ਜਾ ਸਕੇ, ਅਰਥਾਤ ਨਾ ਮੰਨਣਯੋਗ ਹਾਈ ਸਟੋਰੇਜ। ਵੀ ਉਹਦੀ ਸਟੋਰੇਜ ਇੰਨੀ ਜ਼ਿਆਦਾ ਦੱਸੀ ਜਾ ਰਹੀ ਸੀਗੀ ਕਿ ਸੁਣ ਕੇ ਵਿਸ਼ਵਾਸ ਨਹੀਂ ਹੁੰਦਾ ਸੀ, ਮੰਨਣਯੋਗ ਨਹੀਂ ਸੀ ਵੀ ਇੰਨੀ ਜ਼ਿਆਦਾ ਸੀ। ਤੇ ਅਮੰਗ ਮੈਨੀ ਅਦਰ ਨਿਊ ਫੀਚਰਸ ਤੇ ਇਹ ਦੋ ਗੱਲਾਂ ਸਿਰਫ ਕਈ ਹੋਰ ਨਵੇਂ ਉਹਦੀ ਜਿਹੜੀ ਖੂਬੀਆਂ ਸੀ ਉਹਨਾਂ ਵਿੱਚੋਂ ਦੋ ਸੀਗੀਆਂ ਇਹ ਵਾਲੀਆਂ। ਅਮੰਗ ਮੈਨੀ ਅਦਰ ਨਿਊ ਫੀਚਰਸ ਅਰਥਾਤ ਉਹਦੇ ਹੋਰ ਵੀ ਬੜੇ ਸਾਰੇ ਨਵੇਂ ਲੱਛਣ, ਨਵੀਆਂ ਖੂਬੀਆਂ ਸਨ। ਐਵਰੀ ਟਾਈਮ ਆਈ ਸੌ ਇਟ ਜਿੰਨੀ ਵਾਰੀ ਮੈਂ ਉਹ ਦੇਖਿਆ, ਮਤਲਬ ਕਿ ਉਹ ਮਸ਼ਹੂਰੀ ਦੇਖੀ, ਆਈ ਵਾਜ਼ ਇੰਟਰੀਗਡ। ਇੰਟਰੀਗ ਦਾ ਮਤਲਬ ਕਿ ਆਈ ਵਾਜ਼ ਫੈਸੀਨੇਟਡ, ਮੈਂ ਮੰਤਰਮੁਗਧ ਹੋ ਗਈ, ਮੈਂ ਸੋਚੀ ਪਈ ਤੇ ਮੈਂ ਉਹਦੇ ਵਿੱਚ ਖੁੱਭ ਗਈ। ਆਈ ਵੁੱਡ ਗੋ ਆਨਲਾਈਨ ਤੇ ਮੈਂ ਕੀ ਕਰਨਾ, ਮੈਂ ਫਿਰ ਆਨਲਾਈਨ ਚੱਲ ਜਾਣਾ। ਆਨਲਾਈਨ ਮਤਲਬ ਕਿ YouTube ਤੇ ਜਾਣਾ, ਗੂਗਲ ਤੇ ਜਾਣਾ, ਚੈੱਕ ਕਰਨਾ। ਐਂਡ ਵਾਚ ਪੀਪਲ ਰਿਵਿਊਇੰਗ ਦੀ ਕੰਪਿਊਟਰ ਤੇ ਲੋਕਾਂ ਨੂੰ ਦੇਖਣਾ ਜਿਹੜੇ ਕਿ ਉਸ ਕੰਪਿਊਟਰ ਦਾ ਰਿਵਿਊ ਕਰਦੇ ਸੀ। ਰਿਵਿਊ ਹੁੰਦਾ ਬੱਚੋ, ਕਈ ਬੰਦੇ ਕੀ ਕਰਦੇ ਨੇ, ਕੋਈ ਚੀਜ਼ ਖਰੀਦ ਕੇ ਫਿਰ ਉਹਦੇ ਗੁਣ ਦੋਸ਼ ਬਾਰੇ ਦੱਸਦੇ ਨੇ, ਇਹਦੀਆਂ ਖੂਬੀਆਂ ਹੈਗੀਆਂ, ਇਹਦਾ ਇਹ ਮਾਡਲ ਹੈਗਾ, ਇਹ 'ਚ ਇਹਦੀ ਇੰਨੀ ਇਹ 'ਚ ਇਹ ਫੀਚਰ ਹੈਗਾ, ਉਹ ਫੀਚਰ ਹੈਗਾ। ਸੋ ਲੋਕਾਂ ਨੂੰ ਉਹਦੇ ਰਿਵਿਊ ਕਰਦੇ ਮੈਂ ਸੁਣਨਾ, ਦੇਖਣਾ, ਜਸਟ ਟੂ ਫਾਈਂਡ ਆਊਟ ਮੋਰ ਅਬਾਊਟ ਇਟਸ ਫੀਚਰਸ, ਸਿਰਫ ਇਹ ਜਾਣਨ ਲਈ ਕਿ ਇਹਦੇ ਵਿੱਚ ਹੋਰ ਕਿਹੜੀਆਂ ਖੂਬੀਆਂ ਹਨ। ਆਈ ਵੁੱਡ ਰੀਡ ਆਰਟੀਕਲਸ ਮੈਂ ਉਹਦੇ ਬਾਰੇ ਲੇਖ ਪੜ੍ਹਨੇ, ਅਬਾਊਟ ਦੀ ਫੀਚਰਸ ਉਹਦੇ ਜਿਹੜੇ ਖੂਬੀਆਂ ਸੀਗੀਆਂ, ਫੀਚਰ ਸੀਗੇ, ਉਹਦੇ ਜਿਹੜੇ ਲੱਛਣ ਸੀਗੇ, ਉਹਨਾਂ ਬਾਰੇ ਲੇਖ ਪੜ੍ਹਨੇ। ਕਿੱਥੇ? ਇਨ ਟੈਕ ਮੈਗਜ਼ੀਨਸ। ਟੈਕ ਮੈਨੇ ਟੈਕਨੋਲੋਜੀ, ਮੈਗਜ਼ੀਨ ਮੈਨੇ ਰਸਾਲੇ, ਜਿਹੜੀਆਂ ਤਕਨੀਕੀ ਕੰਪਿਊਟਰ ਦੀਆਂ ਰਸਾਲੇ ਹੁੰਦੇ ਨੇ, ਮੈਂ ਉਹਨਾਂ ਵਿੱਚ ਉਹਦੇ ਜਿਹੜੇ ਫੀਚਰਸ ਸੀਗੇ, ਉਹਦੀ ਜਿਹੜੀਆਂ ਖੂਬੀਆਂ ਸੀਗੀਆਂ, ਲੱਛਣ ਸੀ, ਉਹਦੇ ਬਾਰੇ ਮੈਂ ਲੇਖ ਪੜ੍ਹਨੇ। ਇਟ ਅਪੀਅਰ ਟੂ ਬੀ ਐਨ ਅਲਟੀਮੇਟ ਕੰਪਿਊਟਰ ਕਹਿੰਦੇ ਇਹ ਜਾਪਿਆ ਕਿ ਇਹ ਤੇ ਇੱਕ ਸਿਰੇ ਦਾ ਕੰਪਿਊਟਰ ਹੈ। ਅਲਟੀਮੇਟ ਦਾ ਮਤਲਬ ਹੁੰਦਾ ਬੱਚੋ ਸਿਰੇ ਦਾ ਜਾਂ ਅਖੀਰਲਾ, ਵੀ ਇਹ ਤੋਂ ਅੱਗੇ ਕੁਝ ਨਹੀਂ ਹੈਗਾ। ਮੈਨੂੰ ਇਦਾਂ ਲੱਗਿਆ ਕਿ ਬਸ ਇਹ ਸਿਰਾ ਹੈ। ਇਟ ਅਪੀਅਰ ਟੂ ਬੀ ਐਨ ਅਲਟੀਮੇਟ ਕੰਪਿਊਟਰ ਇਹ ਮੈਨੂੰ ਇਵੇਂ ਜਾਪਿਆ ਕਿ ਇਹ ਤੇ ਸਿਰੇ ਦਾ ਕੰਪਿਊਟਰ ਹੈ। ਵਾਈਲ ਦੀ ਲਿਮਿਟੇਸ਼ਨਸ
ਪਰ ਦੂਜੇ ਬੰਨੇ ਲਿਮਿਟੇਸ਼ਨਸ ਹੁੰਦੀਆਂ ਬੱਚੋ, ਹੱਦਬੰਦੀਆਂ ਜਾਂ ਅਯੋਗਤਾਵਾਂ। ਮਤਲਬ ਕਿ ਇਹਦੇ ਮੋਰੇ ਮੈਨੂੰ ਆਪਣਾ ਕੰਪਿਊਟਰ ਜਿਹੜਾ ਹੈ ਉਹ ਮੈਨੂੰ ਬੜਾ ਅਯੋਗ ਜਾਪਣ ਲੱਗ ਪਿਆ। ਇਹਦੀ ਬੜੀ ਹੱਦਬੰਦੀਆਂ ਨੇ ਵੀ ਇਸ ਤੇ ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ। ਮੈਨੂੰ ਇਹ 'ਚ ਖਾਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਵਾਈਲ ਦੀ ਲਿਮਿਟੇਸ਼ਨਸ ਆਫ ਮਾਈ ਓਨ ਕੰਪਿਊਟਰ, ਜਿਹੜੇ ਮੇਰੇ ਆਪਣੇ ਕੰਪਿਊਟਰ ਦੀਆਂ ਹੱਦਬੰਦੀਆਂ ਸੀਗੀਆਂ, ਖਾਮੀਆਂ ਸੀਗੀਆਂ, ਮੇਡ ਮੀ ਅਨਹੈਪੀ, ਉਹਨਾਂ ਨੇ ਮੈਨੂੰ ਨਾ ਖੁਸ਼ ਕਰਤਾ, ਮੈਨੂੰ ਉਦਾਸ ਕਰ ਦਿੱਤਾ। ਬਟ ਮਾਈ ਪੇਰੈਂਟਸ ਰਿਫਿਊਜ਼ਡ, ਰਿਫਿਊਜ਼ ਮੈंने ਮਨਾ ਕਰਤਾ, ਇਨਕਾਰ ਕਰਤਾ, ਕੋਰੀ ਨਾ ਕਰਤੀ। ਕਾਦੀ? ਟੂ ਬਾਈ ਮੀ ਦੀ ਕੰਪਿਊਟਰ, ਮੈਨੂੰ ਉਹ ਵਾਲਾ ਕੰਪਿਊਟਰ ਖਰੀਦ ਕੇ ਲੈ ਕੇ ਦੇਣ ਦੀ। ਵੈਨ ਆਈ ਆਸ them ਅਬਾਊਟ ਇਟ, ਜਦੋਂ ਮੈਂ ਉਹਨਾਂ ਦੇ ਨਾਲ ਇਸ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਸਾਫ਼ ਮਨਾ ਕਰ ਦਿੱਤਾ ਕਿ ਤੈਨੂੰ ਅਸੀਂ ਇਹ ਵਾਲਾ ਕੰਪਿਊਟਰ ਖਰੀਦ ਕੇ ਲੈ ਕੇ ਨਹੀਂ ਦੇ ਸਕਦੇ। ਫਿਰ ਅੱਗੇ ਕੀ ਹੋਇਆ? ਕਹਿੰਦੇ ਲੁਕਿੰਗ ਬੈਕ ਨਾਓ, ਕਹਿੰਦੇ ਹੁਣ ਜਦੋਂ ਮੈਂ ਉਹ ਦਿਨ ਚੇਤੇ ਕਰਦੀ ਹਾਂ, ਲੁਕਿੰਗ ਬੈਕ ਨਾਓ, ਜਦੋਂ ਮੈਂ ਹੁਣ ਪਿਛਲਾ ਬੀਤਿਆ ਸਮਾਂ ਚੇਤੇ ਕਰਦੀ ਹਾਂ, ਆਈ ਪ੍ਰੋਬੇਬਲੀ ਡਿਡ ਨਾਟ ਈਵਨ ਨੀਡ ਆਲ ਦੋਜ਼ ਐਕਸਟਰਾ ਫੀਚਰਸ। ਕਹਿੰਦੇ ਹੋ ਸਕਦਾ ਮੈਨੂੰ ਉਹ ਜਿਹੜੇ ਨਵੇਂ ਜਿਹੜੀ ਖੂਬੀਆਂ ਦੱਸਦੇ ਪਏ ਸੀ ਕੰਪਿਊਟਰ ਵਿੱਚ, ਇਹ 'ਚ ਇਹ ਹੈਗਾ, ਸ਼ਾਇਦ ਮੈਨੂੰ ਉਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਲੋੜ ਸੀਗੀ ਨਹੀਂ, ਮੈਂ ਉਹਨੂੰ ਵਰਤਣਾ ਹੀ ਨਹੀਂ ਸੀਗਾ, ਮੈਨੂੰ ਉਹਦੀ ਕੋਈ ਲੋੜ ਨਹੀਂ ਸੀਗੀ। ਆਈ ਕੁਡ ਡੂ ਐਵਰੀਥਿੰਗ ਆਈ ਵਾਂਟਿਡ ਟੂ ਡੂ, ਮੈਂ ਉਹ ਸਭ ਕੁਝ ਕਰ ਸਕਦੀ ਸੀ ਜੋ ਮੈਂ ਕਰਨਾ ਚਾਹੁੰਦੀ ਸੀ। ਔਨ ਮਾਈ ਓਨ ਕੰਪਿਊਟਰ, ਮੇਰੇ ਆਪਣੇ ਕੰਪਿਊਟਰ ਤੇ। ਵਿਦਾਊਟ ਰਨਿੰਗ ਇਨਟੂ ਐਨੀ ਇਸ਼ੂ, ਬਿਨਾਂ ਕਿਸੇ ਮਸਲੇ ਤੋਂ, ਬਿਨਾਂ ਕਿਸੇ ਸਮੱਸਿਆ ਤੋਂ, ਬਿਨਾਂ ਕਿਸੇ ਮੁਸ਼ਕਿਲ ਤੋਂ, ਮੈਂ ਜਿਹੜਾ ਕੰਮ ਚਾਹੁੰਦੀ ਸੀ ਉਹ ਸਭ ਕਰ ਸਕਦੀ ਸੀ ਉਸ ਕੰਪਿਊਟਰ ਤੇ ਜਿਹੜਾ ਮੇਰੇ ਕੋਲ ਪਹਿਲਾਂ ਹੀ ਸੀਗਾ। ਬਟ ਦੀ ਕੰਜ਼ਿਊਮਰਿਸਟ, ਹੁਣ ਬੱਚਾ ਦੇਖੋ ਇਹ ਸ਼ਬਦ ਹੈਗਾ, ਇਹ ਨੋਟ ਕਰ ਲਓ। ਕੰਜ਼ਿਊਮਰ ਹੁੰਦਾ ਬੱਚੋ ਗਾਹਕ, ਖਪਤਕਾਰ, ਤੇ ਕੰਜ਼ਿਊਮਰਿਜ਼ਮ ਬੱਚਾ ਇੱਕ ਹੈਗਾ, ਇੱਕ ਸ਼ਬਦ ਹੈਗਾ। ਕੰਜ਼ਿਊਮਰਿਜ਼ਮ ਹੁੰਦਾ ਵੀ ਉਹ ਕਹਿੰਦੇ ਨੇ ਵੀ ਇੱਕ ਇਹੋ ਜਿਹਾ ਮਾਹੌਲ ਤਿਆਰ ਕੀਤਾ ਗਿਆ ਹੈ, ਇਹ ਉਹ ਵਾਲੀ ਵਿਚਾਰ ਹੈ ਜਿਹਦੇ ਵਿੱਚ ਕਹਿੰਦੇ ਨੇ ਵੀ ਹਰ ਨਵੀਂ ਚੀਜ਼ ਤੁਸੀਂ ਖਰੀਦੋ, ਜ਼ਿਆਦਾ ਕਮਾਓ ਜ਼ਿਆਦਾ ਖਰੀਦੋ, ਜ਼ਿਆਦਾ ਕਮਾਓ ਜ਼ਿਆਦਾ ਖਰੀਦੋ, ਪੁਰਾਣੀ ਚੀਜ਼ਾਂ ਛੱਡ ਦਿਓ, ਨਵੀਂ ਚੀਜ਼ਾਂ ਲਵੋ। ਇਹਨੂੰ ਕਹਿੰਦੇ ਨੇ ਕੰਜ਼ਿਊਮਰਿਜ਼ਮ। ਤੇ ਕਹਿੰਦੇ ਮੇਰੇ ਵਿੱਚ ਜਿਹੜਾ ਇਸ ਵਿਚਾਰ ਨੂੰ ਮੰਨਣ ਵਾਲਾ ਕੰਜ਼ਿਊਮਰਿਸਟ, ਜਿਹੜਾ ਵਿਚਾਰ ਅੱਜ ਕੱਲ੍ਹ ਲੋਕਾਂ ਦਾ ਬਣ ਗਿਆ ਟੀਵੀ ਦੇਖ ਦੇਖ ਕੇ, YouTube ਦੇਖ ਦੇਖ ਕੇ, ਆਪਣੇ ਆਂਢ ਗੁਆਂਢ ਨੂੰ ਦੇਖ ਦੇਖ ਕੇ ਕਿ ਮੇਰੇ ਕੋਲ ਵੀ ਇਹ ਚੀਜ਼ ਚਾਹੀਦੀ ਹੈ, ਮੈਨੂੰ ਵੀ ਇਹ ਹੋਣਾ ਚਾਹੀਦਾ ਹੈ। ਸੋ ਬਟ ਦੀ ਕੰਜ਼ਿਊਮਰਿਸਟ ਇਨ ਮੀ ਸੀਮਡ ਟੂ ਥਿੰਕ ਅਦਰਵਾਈਜ਼, ਮਤਲਬ ਕਿ ਜਿਵੇਂ ਦਲੀਲ ਨਾਲ ਸੋਚਦੀ ਤੇ ਮੈਂ ਕਹਿੰਦੀ ਮੇਰਾ ਕੰਪਿਊਟਰ ਮੇਰੇ ਸਾਰੇ ਕੰਮ ਸਵਾਰੀ ਜਾ ਰਿਹਾ, ਮੈਨੂੰ ਕੋਈ ਮਸਲਾ ਨਹੀਂ। ਪਰ ਮੇਰੇ ਅੰਦਰ ਜਿਹੜਾ ਕੰਜ਼ਿਊਮਰਿਸਟ ਬੈਠਾ ਸੀਗਾ ਉਹ ਮੈਨੂੰ ਪੁੱਠੀ ਸਲਾਹ ਦੇ ਰਿਹਾ ਸੀ, ਉਹ ਇਹਦੇ ਉਲਟ ਕਰ ਰਿਹਾ ਸੀਗਾ ਵੀ ਨਹੀਂ ਯਾਰ ਨਵੀਂ ਚੀਜ਼ ਆਈ ਹੈ ਤੂੰ ਨਵੀਂ ਚੀਜ਼ ਖਰੀਦ। ਸੋ ਇਹ ਜੱਦੋ ਜਹਿਦ ਉਹਦੇ ਵਿੱਚ ਚੱਲਦੀ ਪਈ ਸੀ। ਕਹਿੰਦੇ ਆਫਟਰ ਅ ਵਾਈਲ, ਕੁਛ ਚਿਰ ਮਗਰੋਂ, ਮਾਈ ਪੇਰੈਂਟਸ ਨੋਟਿਸਡ, ਮੇਰੇ ਮਾਪਿਆਂ ਨੇ ਇਹ ਗੌਰ ਕੀਤਾ, ਹਾਊ ਅਬਸੈਸਡ ਆਈ ਵਾਜ਼ ਵਿਦ ਦਿਸ ਨਿਊ ਕੰਪਿਊਟਰ, ਕਿ ਮੈਂ ਇਸ ਕੰਪਿਊਟਰ ਦੀ ਧੁਨ ਮੇਰੇ ਤੇ ਕਿੰਨੀ ਸਵਾਰ ਹੈ, ਅਰਥਾਤ ਇਸ ਕੰਪਿਊਟਰ ਨੇ ਮੇਰੇ ਦਿਮਾਗ ਦੇ ਉੱਤੇ, ਦਿਲ ਦਿਮਾਗ ਤੇ ਕਿੰਨਾ ਜ਼ਿਆਦਾ ਅਸਰ ਪਾਇਆ ਹੋਇਆ ਹੈ। ਮੈਂ ਹਰ ਵੇਲੇ ਇਹੀ ਸੋਚਦੀ ਰਹਿੰਦੀ ਹਾਂ। ਜਦੋਂ ਬੱਚਾ ਕਹਿੰਦੇ ਨਾ, ਬੱਚੇ ਕਹਿੰਦੇ obsessed ਦਾ ਮਤਲਬ ਹੁੰਦਾ ਹੈ ਕਿ ਕਿਸੇ ਇੱਕ ਚੀਜ਼ 'ਚ ਖੁੱਭ ਜਾਣਾ, ਉਹਦੇ ਬਾਰੇ ਸੋਚੀ ਜਾਣਾ, ਉਹਦੇ ਬਾਰੇ ਗੱਲਾਂ ਕਰੀ ਜਾਣੀਆਂ, ਉਹਦੇ ਬਾਰੇ ਵਿਚਾਰੀ ਜਾਣਾ। ਤਦ ਕਹਿੰਦੇ ਹੀ ਇਜ਼ obsessed, she is obsessed। ਸੋ ਮੇਰੇ ਉਹ ਜਿਹੜਾ ਨਵਾਂ ਕੰਪਿਊਟਰ ਸੀ, ਮੈਂ ਉਹਦੇ ਬਾਰੇ ਸੋਚ ਕੇ ਉਹਨਾਂ ਨੇ ਦੇਖਿਆ ਕਿ ਮੈਂ ਹਰ ਵੇਲੇ ਉਹਦੀ ਗੱਲਾਂ ਕਰਦੀ ਹਾਂ, ਉਹਦੀ ਵੀਡੀਓ ਦੇਖਦੀ ਹਾਂ, ਉਹਦੇ ਲੇਖ ਪੜ੍ਹਦੀ ਹਾਂ। ਸੋ ਦੇ ਡਿਸਾਈਡਡ ਟੂ ਗਿਵ ਮੀ ਅ ਚਾਂਸ ਟੂ ਅਰਨ ਇਟ, ਤੇ ਉਹਨਾਂ ਨੇ ਹੁਣ ਕੀ ਕੀਤਾ, ਉਹਨਾਂ ਨੇ ਫੈਸਲਾ ਕੀਤਾ, ਸੋ ਦੇ ਡਿਸਾਈਡਡ, ਉਹਨਾਂ ਨੇ ਇਹ ਫੈਸਲਾ ਕੀਤਾ ਟੂ ਗਿਵ ਮੀ ਅ ਚਾਂਸ, ਮੈਨੂੰ ਇੱਕ ਮੌਕਾ ਦੇਣ ਦਾ, ਟੂ ਅਰਨ ਇਟ, ਉਹਨੂੰ ਕਮਾਉਣ ਦਾ। ਕਹਿੰਦੇ ਤੈਨੂੰ ਖਰੀਦ ਕੇ ਲੈ ਕੇ ਨਹੀਂ ਦੇਵਾਂਗੇ, ਪਰ ਤੂੰ ਇਸ ਕੰਪਿਊਟਰ ਨੂੰ ਕਮਾ ਸਕਦੀ ਹੈ। ਕਿਵੇਂ? ਦੇ ਟੋਲਡ ਮੀ, ਉਹਨਾਂ ਨੇ ਮੈਨੂੰ ਕਿਹਾ, ਇਫ ਆਈ ਸਟਾਰਟਿਡ ਡੂਇੰਗ ਹਾਊਸ ਚੋਰਸ, ਚੋਰਸ ਹੁੰਦੇ ਨੇ ਬੱਚਿਓ ਰੋਜ਼ਮर्रा ਦੇ ਕੰਮ, ਛੋਟੇ ਮੋਟੇ ਰੂਟੀਨ ਦੇ ਕੰਮ ਜਿਹੜੇ ਕਰਦੇ ਹਾਂ ਆਪਾਂ। ਹਾਊਸ ਚੋਰਸ ਘਰ ਦੇ ਕੰਮ ਕਿਹੜੇ? ਝਾੜੂ ਹੋ ਗਿਆ, ਪੋਚਾ ਹੋ ਗਿਆ, ਭਾਂਡੇ ਮਾਂਜਣੇ ਹੋ ਗਏ, ਕੱਪੜੇ ਧੋਣੇ ਹੋ ਗਏ, ਕੱਪੜੇ ਸੁਕਾਣੇ ਹੋ ਗਏ, ਕੱਪੜੇ ਤਹਿ ਲਾਣੇ ਹੋ ਗਏ, ਕੱਪੜਿਆਂ ਨੂੰ ਪ੍ਰੈਸ ਕਰਨਾ ਹੋ ਗਿਆ, ਹੋਰ ਡਸਟਿੰਗ ਹੋ ਗਈ, ਜੇ ਘਰ ਵਿੱਚ ਲੌਨ ਹੈਗਾ ਤੇ ਉਹਦੀ ਘਾਹ ਕੱਟਣੀ ਹੋ ਗਈ। ਸੋ ਕਹਿੰਦੇ ਦੇ ਟੋਲਡ ਮੀ ਇਫ ਆਈ ਸਟਾਰਟਿਡ ਡੂਇੰਗ ਹਾਊਸ ਚੋਰਸ, ਜੇ ਮੈਂ ਇਹ ਘਰ ਦੇ ਰੋਜ਼ਮर्रा ਦੇ ਕੰਮ ਕਰਨੇ ਸ਼ੁਰੂ ਕਰ ਦਵਾਂ, ਦੇ ਵੁੱਡ ਗਿਵ ਮੀ ਮਨੀ, ਮੇਰੇ ਮਾਪੇ ਮੈਨੂੰ ਉਸ ਕੰਮ ਲਈ ਪੈਸੇ ਦੇਣਗੇ, ਫॉर ਇਟ, ਐਂਡ ਆਈ ਕੁਡ ਸੇਵ ਅਪ, ਤੇ ਮੈਂ ਉਹ ਸਾਰੇ ਪੈਸੇ ਜੋੜ ਸਕਦੀ ਸੀ, ਅੰਟਿਲ ਆਈ ਹੈਡ ਅਨਫ, ਜੋੜ ਕੇ ਜਦੋਂ ਤੱਕ ਮੇਰੇ ਕੋਲ ਇੰਨਾ ਨਾ ਹੋ ਜਾਏ, ਟੂ ਬਾਈ ਦੀ ਕੰਪਿਊਟਰ ਔਨ ਮਾਈ ਓਨ, ਤਾਂ ਕਿ ਮੈਂ ਆਪਣੇ ਆਪ ਹੀ ਉਹ ਪੈਸੇ ਕਮਾ ਕੇ ਜੋੜ ਕੇ ਉਹ ਕੰਪਿਊਟਰ ਆਪਣੇ ਤੌਰ ਤੇ ਖਰੀਦ ਸਕਾਂ। ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ।
ਕਹਿੰਦੇ ਇਟ ਸੀਮਡ ਲਾਈਕ ਅ ਗੁੱਡ ਆਈਡੀਆ। ਕਹਿੰਦੇ ਇਹ ਵਿਚਾਰ ਮੈਨੂੰ ਬੜੀ ਵਧੀਆ ਲੱਗੀ ਵੀ ਉਹਨਾਂ ਨੇ ਜਿਹੜੀ ਗੱਲ ਕੀਤੀ ਤੇ ਮੈਨੂੰ ਬੜਾ ਇਹ ਚੰਗਾ ਇਹ ਮੈਨੂੰ ਆਈਡੀਆ ਫੱਬਿਆ। ਐਂਡ ਆਈ ਜੰਪਡ ਐਟ ਦੀ ਅਪੋਰਚੁਨਿਟੀ, ਅਤੇ ਮੈਂ ਮੌਕਾ ਸਾਂਭ ਲਿਆ। ਜੰਪਡ ਐਟ ਦਾ ਅਪੋਰਚੁਨਿਟੀ, ਮੈਂ ਯਕਦਮ ਇਸ ਗੱਲ ਦੀ ਹਾਂ ਕਰ ਦਿੱਤੀ। ਦੀ ਵੈਰੀ ਨੈਕਸਟ ਡੇ, ਤੇ ਅਗਲੇ ਹੀ ਦਿਨ, ਜਦੋਂ ਅਸੀਂ ਨਾ ਦੀ ਵੈਰੀ ਨੈਕਸਟ ਡੇ, ਜੇ ਮੈਂ ਕਹਾਂ ਦੀ ਨੈਕਸਟ ਡੇ ਫਿਰ ਅਗਲੇ ਦਿਨ, ਤੇ ਜੇ ਇਦਾਂ ਕਹਾਂ ਦੀ ਵੈਰੀ ਨੈਕਸਟ ਡੇ ਅਗਲੇ ਹੀ ਦਿਨ। ਆਈ ਸਟਾਰਟਡ ਵੇਕਿੰਗ ਅਪ ਅਰਲੀ, ਮੈਂ ਛੇਤੀ ਉੱਠਣਾ ਸ਼ੁਰੂ ਕਰ ਦਿੱਤਾ। ਕਾਹਦੇ ਲਈ? ਟੂ ਮੇਕ ਐਕਸਟਰਾ ਟਾਈਮ, ਤਾਂ ਕਿ ਮੈਂ ਸਮਾਂ ਜ਼ਿਆਦਾ ਵਧਾ ਸਕਾਂ, ਜ਼ਿਆਦਾ ਸਮਾਂ ਆਪਣੇ ਕੋਲ ਰੱਖ ਸਕਾਂ। ਕਾਹਦੇ ਲਈ? ਟੂ ਬੀ ਏਬਲ ਟੂ ਡੂ ਮੋਰ ਚੋਰਸ, ਤਾਂ ਕਿ ਮੈਂ ਵੱਧ ਤੋਂ ਵੱਧ ਘਰ ਦੇ ਕੰਮ ਕਰ ਸਕਾਂ ਤੇ ਵੱਧ ਤੋਂ ਵੱਧ ਕੰਮ ਕਰਕੇ ਜ਼ਿਆਦਾ ਪੈਸੇ ਕਮਾ ਸਕਾਂ। ਆਈ ਵੁੱਡ ਡੂ ਦੀ ਡਿਸ਼ਿਜ਼ 3 times a day। ਇਹ ਬੱਚਿਓ ਦੇਖ ਲਓ, ਇਹ ਮੁਹਾਵਰਾ ਹੈ ਡੂ ਦਾ ਡਿਸ਼ਿਜ਼। ਡੂ ਦਾ ਡਿਸ਼ਿਜ਼ ਦਾ ਮਤਲਬ ਹੁੰਦਾ ਬੱਚਿਓ, ਅੰਗਰੇਜ਼ੀ ਅਸੀਂ ਪੰਜਾਬੀ 'ਚ ਕਹਿੰਦੇ ਭਾਂਡੇ ਮਾਂਜਣੇ, ਤੇ ਅੰਗਰੇਜ਼ੀ 'ਚ ਕਿਹਾ ਜਾਂਦਾ ਡੂ ਦਾ ਡਿਸ਼ਿਜ਼। ਸੋ ਆਈ ਵੁੱਡ ਡੂ ਦਾ ਡਿਸ਼ਿਜ਼ 3 times a day। ਕਹਿੰਦੇ ਮੈਂ ਦਿਨ 'ਚ 3 ਵਾਰੀ ਭਾਂਡੇ ਸਾਫ਼ ਕਰਨੇ। ਟੇਕ ਦੀ ਗਾਰਬੇਜ ਆਊਟ, ਤੇ ਘਰ ਦਾ ਕੂੜਾ ਕਰਕਟ ਜਿਹੜਾ ਗਾਰਬੇਜ ਸੀਗਾ ਰਸੋਈ ਦਾ ਜਾਂ ਘਰ ਦਾ ਦੂਜਾ, ਉਹਨੂੰ ਬਾਹਰ ਲੈ ਕੇ ਜਾਣਾ। ਮੋ ਦੀ ਲੌਨ, ਲੌਨ ਹੁੰਦਾ ਬੱਚਿਓ ਇੱਕ ਜ਼ਮੀਨ ਦਾ ਟੁਕੜਾ ਜਿੱਥੇ ਘਾਹ ਉੱਗੀ ਹੁੰਦੀ। ਕਈ ਘਰਾਂ ਜਿਹੜੇ ਘਰ ਵੱਡੇ ਹੁੰਦੇ ਨੇ ਉਹਨਾਂ ਨੇ ਇੱਕ ਛੋਟਾ ਜਿਹਾ ਬਗੀਚਾ ਬਣਾਇਆ ਹੁੰਦਾ ਹੈ, ਆਲੇ ਦੁਆਲੇ ਬੂਟੇ ਹੁੰਦੇ ਨੇ, ਵਿੱਚ ਘਾਹ ਹੁੰਦੀ ਹੈ। ਸੋ ਮੋ ਦਾ ਲੌਨ ਦਾ ਮਤਲਬ ਹੁੰਦਾ ਹੈ ਘਾਹ ਨੂੰ ਵੱਢਣਾ। ਤੇ ਮੈਂ ਆਪਣੇ ਲੌਨ ਦੀ ਜਿਹੜੀ ਘਾਹ ਹੈ ਉਹ ਵੱਢਣੀ ਔਨ ਦੀ ਵੀਕਐਂਡਸ। ਵੀਕਐਂਡ ਹੁੰਦੇ ਨੇ ਸ਼ਨੀਚਰ ਐਤਵਾਰ ਨੂੰ, ਠੀਕ ਹੈ। ਮਤਲਬ ਘਾਹ ਦੇ ਰੋਜ਼ ਨਹੀਂ ਵੱਢੀ ਜਾਂਦੀ, ਸ਼ਨੀਚਰ ਐਤ ਨੂੰ ਮੈਂ ਘਾਹ ਵੱਢਣੀ, ਤੇ ਰੋਜ਼ ਕੂੜਾ ਬਾਹਰ ਲੈ ਕੇ ਜਾਣਾ। 3 ਟਾਈਮ ਇੱਕ ਦਿਨ 'ਚ ਭਾਂਡੇ ਸਾਫ਼ ਕਰਨੇ। ਕਲੀਨ ਦੀ ਹੋਲ ਹਾਊਸ, ਤੇ ਸਾਰੇ ਘਰ ਨੂੰ ਸਾਫ਼ ਕਰਨਾ, ਟੇਬਲ ਕੁਰਸੀ ਸੋਫਾ ਸ਼ੈਲਫਾਂ, ਹਨਾ, ਡਸਟਿੰਗ। ਐਂਡ ਵਾਸ਼ ਦੀ ਕਾਰ, ਜਿਹੜੀ ਘਰ ਦੇ ਵਿੱਚ ਸਾਡੇ ਕਾਰ ਸੀਗੀ ਉਹਨੂੰ ਵੀ ਮੈਂ ਸਾਫ਼ ਕਰਨਾ, ਉਹਨੂੰ ਧੋਣਾ। ਵੈਨ ਐਵਰ ਨੀਡਡ, ਜਦੋਂ ਵੀ ਉਹਨੂੰ ਲੋੜ ਹੁੰਦੀ ਸੀ, ਅਰਥਾਤ ਕਾਰ ਦੀ ਧੋਣ ਦੀ ਰੋਜ਼ ਲੋੜ ਨਹੀਂ ਪੈਂਦੀ ਸੀ, ਜਦੋਂ ਲੱਗੇ ਕਾਰ ਗੰਦੀ ਹੈ ਤੇ ਮੈਂ ਕਾਰ ਨੂੰ ਵੀ ਧੋਣਾ ਅੰਦਰੋਂ ਬਾਹਰੋਂ। ਆਈ ਵਾਜ਼ ਵਰਕਿੰਗ ਟਾਇਰਲੈਸਲੀ, ਹੁਣ ਬੱਚਾ ਦੇਖੋ ਟਾਇਰ ਹੁੰਦਾ ਥੱਕਣਾ, TIRE, ਟਾਇਰਲੈਸ ਮੈਨੇ ਜੋ ਨਾ ਥੱਕੇ, ਟਾਇਰਲੈਸਲੀ ਮੈਨੇ ਬੜੇ ਜੋਸ਼ ਨਾਲ, ਵੀ ਬਿਨਾਂ ਥੱਕੇ। ਮਤਲਬ ਕਿ ਮੈਨੂੰ ਇੰਨਾ ਚਾਅ ਸੀਗਾ ਪੈਸੇ ਕਮਾਉਣ ਦਾ ਤੇ ਇਕੱਠੇ ਕਰਨ ਦਾ, ਕਿ ਆਈ ਵਾਜ਼ ਵਰਕਿੰਗ ਟਾਇਰਲੈਸਲੀ, ਵੀ ਮੈਂ ਬੜੇ ਜੋਸ਼ ਦੇ ਨਾਲ ਬਿਨਾਂ ਥੱਕੇ ਕੰਮ ਕਰਦੀ ਸੀ ਐਵਰੀ ਡੇ, ਰੋਜ਼। ਅੰਟਿਲ ਮਾਈ ਹੋਲ ਬੋਡੀ ਵਾਜ਼ ਸੋਰ, ਸੋਰ ਮੈਨੇ ਦਰਦ ਕਰਨ ਲੱਗ ਗਈ, ਤੇ ਕੰਮ ਕਰਦੇ ਕਰਦੇ ਮੇਰਾ ਸਾਰਾ ਸਰੀਰ ਦੁਖਣ ਲੱਗ ਗਿਆ। ਜਸਟ ਟੂ ਵੇਕ ਅਪ ਦੀ ਨੈਕਸਟ ਡੇ, ਪਰ ਫਿਰ ਮੈਂ ਸੌ ਜਾਣਾ, ਪਰ ਫਿਰ ਵੀ ਇਹ ਸਾਰਾ ਕੰਮ ਕਰਦੇ ਕਰਦੇ ਸੌ ਕੇ ਮੈਂ ਸਵੇਰੇ ਫੇਰ ਉੱਠ ਜਾਣਾ ਅਗਲੇ ਦਿਨ। ਐਂਡ ਡੂ ਇਟ ਅਗੇਨ, ਤੇ ਉਹ ਸਾਰੇ ਕੰਮ ਮੁੜ ਕੇ ਫੇਰ ਕਰਨੇ। ਇਵੈਂਚੁਅਲੀ ਹੁੰਦਾ ਅਖੀਰਕਾਰ, ਕਰਦੇ ਕਰਦੇ ਅੰਤ ਨੂੰ। ਇਵੈਂਚੁਅਲੀ ਆਈ ਗॉट ਯੂਜ਼ਡ ਟੂ ਇਟ, ਹੁਣ ਬੱਚਾ ਦੇਖੋ ਇਹ ਸ਼ਬਦ ਵੀ ਮੁਹਾਵਰਾ ਹੈ, ਟੂ ਗੈਟ ਯੂਜ਼ਡ ਟੂ। ਟੂ ਗੈਟ ਯੂਜ਼ਡ ਟੂ ਹੁੰਦਾ ਆਦਤ ਪੈ ਜਾਣੀ। ਸੋ ਆਈ ਗॉट ਯੂਜ਼ਡ ਟੂ ਇਟ, ਮੈਨੂੰ ਇਹ ਕੰਮ ਕਰਨ ਦੀ ਆਦਤ ਪੈ ਗਈ। ਪਹਿਲੇ ਥੋੜੇ ਦਿਨ ਸਰੀਰ ਦੁਖਿਆ, ਥਕੇਵਾਂ ਹੋਇਆ, ਪਰ ਮੈਂ ਕਰਦੀ ਰਹੀ ਤੇ ਮੈਨੂੰ ਇਹਦੀ ਆਦਤ ਪੈ ਗਈ। ਐਂਡ ਇਟ ਬਿਕੇਮ ਈਜ਼ੀਅਰ, ਤੇ ਇਹ ਸਭ ਕਰਨਾ ਮੇਰੇ ਲਈ ਪਹਿਲੇ ਨਾਲੋਂ ਸੌਖਾ ਹੋ ਗਿਆ। ਆਈ ਆਲਸੋ ਗॉट ਮੋਰ ਐਫੀਸ਼ੀਐਂਟ, ਹੁਣ ਬੱਚੋ ਐਫੀਸ਼ੀਐਂਟ ਸ਼ਬਦ ਕੀ ਹੁੰਦਾ ਹੈ? ਐਫੀਸ਼ੀਐਂਟ ਹੁੰਦਾ ਬੰਦਾ ਹੁੰਦਾ ਹੈ ਜਿਹੜਾ ਕੰਮ ਵਧੀਆ ਵੀ ਕਰ ਲਵੇ ਤੇ ਘੱਟ ਸਮੇਂ ਵਿੱਚ ਕਰ ਲਵੇ, ਉਹਨੂੰ ਕਹਿੰਦੇ ਨੇ ਐਫੀਸ਼ੀਐਂਟ। ਤੇ ਅਸੀਂ ਇਹਨੂੰ ਪੰਜਾਬੀ 'ਚ ਕਹਿ ਸਕਦੇ ਹਾਂ ਮਾਹਰ ਜਾਂ ਨਿਪੁੰਨ, ਜਾਂ ਚੱਜ ਚਾਰ ਵਿੱਚ ਪੱਕੇ ਹੋ ਗਏ। ਮਤਲਬ ਕਿ ਆਈ ਆਲਸੋ ਗॉट ਮੋਰ ਐਫੀਸ਼ੀਐਂਟ, ਮੈਨੂੰ ਕੰਮ ਕਰਨ ਦਾ ਚੱਜ ਚਾਰ ਆ ਗਿਆ, ਚੱਜ ਆ ਗਿਆ, ਮੈਂ ਮਾਹਰ ਬਣ ਗਈ ਐਟ ਇਟ, ਉਹਦੇ ਵਿੱਚ। ਐਂਡ ਸੂਨ ਆਈ ਵਾਜ਼ ਡੂਇੰਗ ਐਵਰੀਥਿੰਗ ਅ ਲੋਟ ਕੁਇਕਰ, ਤੇ ਬੜੀ ਛੇਤੀ ਮੈਂ ਸਾਰੇ ਕੰਮ ਪਹਿਲੇ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਕਰਨ ਲੱਗ ਪਈ। ਫਿਰ ਅੱਗੇ ਕੀ ਹੋਇਆ? ਕਹਿੰਦੇ ਐਜ਼ ਆਈ ਗॉट ਕੁਇਕਰ, ਤੇ ਜਿਵੇਂ ਜਿਵੇਂ ਮੈਂ ਤੇਜ਼ ਹੁੰਦੀ ਗਈ, ਮੇਰੀ ਕਰਨ ਦੀ ਸਮਰੱਥਾ ਜੋ ਸਪੀਡ ਸੀਗੀ ਵੱਧਦੀ ਗਈ। ਆਈ ਸਟਾਰਟਡ ਹੈਵਿੰਗ ਮੋਰ ਫ੍ਰੀ ਟਾਈਮ, ਤੇ ਮੇਰੇ ਕੋਲ ਸਮਾਂ ਬਚਣ ਲੱਗ ਗਿਆ। ਜਿਹੜਾ ਕੰਮ ਪਹਿਲੇ ਜਿੱਦਾਂ ਮੈਂ ਅੱਧੇ ਘੰਟੇ 'ਚ ਕਰਦੀ ਸੀ, ਹੁਣ ਉਹ ਕੰਮ ਮੈਂ 15 ਮਿੰਟ 'ਚ ਕਰਨ ਲੱਗੀ, ਤੇ 15 ਮਿੰਟ ਇੱਥੋਂ ਬਚ ਗਏ। ਕੋਈ ਹੋਰ ਕੰਮ ਜਿਹੜਾ 1 ਘੰਟੇ 'ਚ ਕਰਦੀ ਸੀ ਉਹ ਮੈਂ 30 ਮਿੰਟ 'ਚ ਕਰਨ ਲੱਗ ਗਈ, ਅੱਧਾ ਘੰਟਾ ਉੱਥੋਂ ਬਚ ਗਿਆ। ਸੋ ਆਈ ਵਾਜ਼ ਹੈਵਿੰਗ ਮੋਰ ਫ੍ਰੀ ਟਾਈਮ, ਮੇਰੇ ਕੋਲ ਖਾਲੀ ਸਮਾਂ ਹੋਰ ਬਚਣਾ ਸ਼ੁਰੂ ਹੋ ਗਿਆ। ਐਂਡ ਡਿਡਨਟ ਰੀਅਲੀ ਨੋ, ਤੇ ਮੈਨੂੰ ਸੱਚੀ ਮੁੱਚੀ ਸਮਝ ਹੀ ਨਾ ਆਵੇ what to do with it, ਉਹ ਖਾਲੀ ਸਮੇਂ ਦਾ ਮੈਂ ਕੀ ਕਰਾਂ। ਫਿਰ ਕੀ ਕਿਹਾ ਮੈਂ? ਕਹਿੰਦੇ ਪਲੀਜ਼ ਡੈਡ, ਪਾਪਾ ਜੀ ਕਿਰਪਾ ਕਰਕੇ, is there anything else you need help with, ਕੀ ਕੋਈ ਇਹੋ ਜਿਹੀ ਹੋਰ ਚੀਜ਼ ਹੈ, ਇਹੋ ਜਿਹਾ ਕੋਈ ਹੋਰ ਕੰਮ ਹੈ ਜਿਹਦੇ ਵਿੱਚ ਤੁਹਾਨੂੰ ਮੇਰੀ ਮਦਦ ਚਾਹੀਦੀ ਹੈ? I am willing to do anything, willing ਮੈਨੇ ਚਾਹਵਾਨ, ਇੱਛੁਕ, ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ। willing ਮੈਨੇ ਤਿਆਰ, ਇੱਛੁਕ,
मैं आई एम विलिंग टू डू एनीथिंग, मैं कुਝ ਵੀ ਕਰਨ ਨੂੰ ਤਿਆਰ ਹਾਂ। ਜਸਟ ਲੇ ਇਟ ਔਨ ਮੀ, ਤੁਸੀਂ ਸਿਰਫ ਇਹਨੂੰ ਮੇਰੀ ਝੋਲੀ 'ਚ ਪਾ ਦੇਵੋ, ਅਰਥਾਤ ਮੇਰੇ ਪੱਲੇ ਪਾ ਦੇਵੋ ਜਾਂ ਮੇਰੇ ਮੁੰਡੇ ਤੇ ਸਿੱਟ ਦੇਵੋ। ਜਸਟ ਲੇ ਇਟ ਔਨ ਮੀ, ਅਰਥਾਤ ਮੈਨੂੰ ਕਹੋ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ। ਗਿਵ ਮੀ ਮੋਰ ਚੋਰਸ, ਮੈਨੂੰ ਕਰਨ ਵਾਲੇ ਇਦਾਂ ਦੇ ਕੰਮ ਹੋਰ ਦੇਵੋ। ਆਈ ਰਿਮੈਂਬਰ ਪਲੀਡਿੰਗ ਵਿਦ ਡੈਡ, ਪਲੀਡਿੰਗ ਨੇ ਤਰਲੇ ਲੈਂਦੇ। ਮੈਨੂੰ ਚੇਤਾ ਹੈ ਕਿ ਮੈਂ ਆਪਣੇ ਡੈਡੀ ਦੇ ਇਦਾਂ, ਆਪਣੇ ਪਾਪਾ ਜੀ ਦੇ ਇਦਾਂ ਤਰਲੇ ਲੈ ਰਹੀ ਸੀ। ਆਈ ਵਾਜ਼ obsessed, ਮੇਰੇ ਤੇ ਧੁਨ ਸਵਾਰ ਸੀ, ਮੇਰੇ ਤੇ ਭੂਤ ਸਵਾਰ ਸੀ। ਐਨੀ ਫ੍ਰੀ ਟਾਈਮ ਆਈ ਹੈਡ, ਜਿੰਨਾ ਵੀ ਖਾਲੀ ਸਮਾਂ ਮੇਰੇ ਕੋਲ ਸੀਗਾ। ਆਈ ਵਾਂਟਿਡ ਟੂ ਫਿਲ ਇਟ ਵਿਦ ਮੋਰ ਐਂਡ ਮੋਰ ਮਨੀ, ਮੈਂ ਉਹ ਸਾਰੇ ਖਾਲੀ ਸਮੇਂ ਨੂੰ ਹੋਰ ਤੇ ਹੋਰ, ਜ਼ਿਆਦਾ ਤੇ ਜ਼ਿਆਦਾ ਪੈਸੇ ਦੇ ਨਾਲ ਭਰ ਦੇਣਾ ਚਾਹੁੰਦੀ ਸੀ। ਸਿੰਸ ਦੀ ਸਮਰ ਬ੍ਰੇਕ ਵਾਜ਼ ਆਲਮੋਸਟ ਓਵਰ, ਕਿਉਂਕਿ ਗਰਮੀ ਦੀ ਛੁੱਟੀਆਂ ਤਕਰੀਬਨ ਖਤਮ ਹੋਣ ਕਿਨਾਰੇ ਸੀ, ਕੰਢੇ ਸੀ, ਖਤਮ ਹੋਣ ਵਾਲੀਆਂ ਸੀ। ਐਂਡ ਆਈ ਨਿਊ, ਅਤੇ ਮੈਂ ਜਾਣਦੀ ਸੀ, ਆਈ ਵੁੱਡ ਹੈਵ ਲੈਸ ਟਾਈਮ, ਕਿ ਹੁਣ ਮੇਰੇ ਕੋਲ ਸਮਾਂ ਘੱਟ ਹੋਏਗਾ। ਸਿੰਸ ਆਈ ਸਟਾਰਟਿਡ ਗੋਇੰਗ ਟੂ ਸਕੂਲ ਅਗੇਨ, ਕਿਉਂ ਸਕੂਲ, ਜੇ ਮੈਂ ਹੁਣ ਦੁਬਾਰਾ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਤੇ ਮੇਰਾ ਕਾਫੀ ਸਮਾਂ ਜਿਹੜਾ ਅੱਧੇ ਨਾਲੋਂ ਜ਼ਿਆਦਾ ਦਿਨ ਤੇ ਸਕੂਲ ਵਿੱਚ ਆਉਣ ਜਾਣ ਤੇ ਸਕੂਲ ਰਹਿਣ 'ਚ ਲੱਗ ਜਾ ਕਰੇਗਾ ਤੇ ਮੈਨੂੰ ਉਨਾ ਸਮਾਂ ਨਹੀਂ ਮਿਲਿਆ ਕਰੇਗਾ। ਸੋ ਆਈ ਵਾਂਟਿਡ ਟੂ ਵਰਕ ਐਜ਼ ਮਚ ਐਜ਼ ਪੋਸੀਬਲ ਡਿਊਰਿੰਗ ਦੀ ਬ੍ਰੇਕ, ਇਸ ਕਰਕੇ ਮੈਂ ਛੁੱਟੀਆਂ ਦੇ ਦੌਰਾਨ ਹੀ ਵੱਧ ਤੋਂ ਵੱਧ ਕੰਮ ਕਰ ਲੈਣਾ ਚਾਹੁੰਦੀ ਸੀ ਤਾਂ ਕਿ ਮੈਂ ਵੱਧ ਤੋਂ ਵੱਧ ਪੈਸੇ ਇਕੱਠੇ ਕਰ ਲਵਾਂ। ਇਟ ਟੁੱਕ ਮੀ ਅ ਫਿਊ ਮੰਥਸ, ਮੈਨੂੰ ਕੁਝ ਮਹੀਨੇ ਲੱਗੇ। ਬਟ ਆਈ ਇਵੈਂਚੁਅਲੀ, ਪਰ ਅਖੀਰਕਾਰ ਮੈਂ ਸੇਵਡ ਅਪ, ਮੈਂ ਜੋੜ ਲਿਆ, ਬਚਾ ਲਿਆ। ਐਨਫ, ਇੰਨਾ ਜ਼ਿਆਦਾ, ਕਾਹਦੇ ਕਿੰਨਾ ਜ਼ਿਆਦਾ, ਟੂ ਬਾਏ ਮਾਈ ਸੈਲਫ ਦੀ ਬੈਲ ਕੰਪਿਊਟਰ, ਤਾਂ ਕਿ ਮੈਂ ਆਪਣਾ ਬੈਲ ਕੰਪਿਊਟਰ ਖਰੀਦਣ ਜੋਗੀ ਹੋ ਗਈ ਤੇ ਇੰਨਾ ਮੈਂ ਬਚਾ ਲਿਆ। ਇਟ ਵਾਜ਼ ਅ ਵੀਕ ਬਿਫੋਰ ਮਾਈ ਬਰਥਡੇ, ਮੇਰੇ ਜਨਮ ਦਿਨ ਤੋਂ ਇੱਕ ਹਫ਼ਤਾ ਪਹਿਲਾਂ ਦੀ ਗੱਲ ਹੈ। ਐਂਡ ਆਈ ਵੈਂਟ ਟੂ ਦੀ ਬੈਲ ਕੰਪਿਊਟਰ ਟੂ ਪਲੇਸ ਐਨ ਆਰਡਰ, ਬੈਲ ਸੈਂਟਰ, ਤੇ ਮੈਂ ਬੈਲ ਕੰਪਨੀ ਦੇ ਸੈਂਟਰ, ਉਹਨਾਂ ਦਾ ਜੋ ਸ਼ੋਰੂਮ ਸੀ, ਉਹਨਾਂ ਦਾ ਕੇਂਦਰ ਸੀ, ਉੱਥੇ ਮੈਂ ਆਰਡਰ ਦੇਣ ਕੰਪਿਊਟਰ ਦਾ ਗਈ। ਆਈ ਨਿਊ ਇਟ ਵੁੱਡ ਟੇਕ ਐਟਲੀਸਟ ਅ ਵੀਕ, ਮੈਂ ਜਾਣਦੀ ਸੀ ਕਿ ਘੱਟ ਤੋਂ ਘੱਟ ਇੱਕ ਹਫ਼ਤਾ ਲੱਗੇਗਾ। ਫॉर द स्टोर टू गेट इट, उस स्टोर ਨੂੰ, ਉਸ ਕੰਪਿਊਟਰ ਨੂੰ ਪ੍ਰਾਪਤ ਕਰਨ ਲਈ। ਇਨ ਕੇਸ, ਜੇ ਕਿਤੇ, ਇਟ ਵਾਜ਼ ਆਊਟ ਆਫ ਸਟਾਕ, ਜੇ ਉਹਨਾਂ ਦੇ ਸਟੋਰ ਵਿੱਚ ਉਸ ਵੇਲੇ ਨਾ ਹੋਇਆ ਤੇ ਜੇ ਮੈਂ ਆਰਡਰ ਦੇਵਾਂਗੀ ਤੇ ਉਹਨਾਂ ਦੇ ਸਟੋਰ ਤੱਕ ਆਉਣ ਨੂੰ ਉਸ ਕੰਪਿਊਟਰ ਨੂੰ ਘੱਟ ਤੋਂ ਘੱਟ ਇੱਕ ਹਫ਼ਤਾ ਲੱਗੇਗਾ। ਆਈ ਵਾਕਡ ਇਨ, ਮੈਂ ਅੰਦਰ ਗਈ, ਅੰਦਰ ਵੜੀ। ਐਂਡ ਵੈਂਟ ਸਟ੍ਰੇਟ ਟੂ ਦੀ EMPLOYEE ਸਿਟਿੰਗ ਬਿਹਾਈਂਡ ਦੀ ਫਰੰਟ ਡੈਸਕ, ਮੋਰਲਾ ਡੈਸਕ, ਤੇ ਮੋਰਲਾ ਜਿਹੜਾ ਉਹ ਅੱਗੇ ਉਹ ਸੀਗਾ, ਕੈਬਿਨਟ ਸੀਗਾ, ਡੈਸਕ ਸੀਗਾ, ਉਹਦੇ ਮੋਹਰੇ ਜਿਹੜਾ ਉਹਨਾਂ ਦਾ ਮੁਲਾਜ਼ਮ ਬੈਲ ਕੰਪਨੀ ਦਾ ਬੈਠਾ ਸੀ, ਤੇ ਮੈਂ ਸਿੱਧੀ ਉਹਦੇ ਕੋਲ ਗਈ। ਟੂ ਆਸਕ, ਪੁੱਛਣ ਲਈ, ਇਫ ਦੀ ਕੰਪਿਊਟਰ ਵਾਜ਼ ਅਵੇਲੇਬਲ, ਇਹ ਪੁੱਛਣ ਲਈ ਕਿ ਕੀ ਕੰਪਿਊਟਰ ਉਹਨਾਂ ਦੀ ਦੁਕਾਨ ਵਿੱਚ, ਉਹਨਾਂ ਦੇ ਸਟੋਰ ਵਿੱਚ ਹੈ, ਉਪਲਬਧ ਹੈ। ਤੇ ਫਿਰ ਕੀ ਬਣਿਆ, ਕਹਿੰਦੇ ਓਹ ਯੂ ਡੋਂਟ ਨੀਡ ਟੂ ਬਾਏ ਦੈਟ ਵਨ, ਕਹਿੰਦਾ ਓਹੋ, ਤੈਨੂੰ ਉਹ ਵਾਲਾ ਖਰੀਦਣ ਦੀ ਲੋੜ ਨਹੀਂ ਹੈਗੀ। ਵੀ ਹੈਵ ਅਨਦਰ ਵਨ, ਸਾਡੇ ਕੋਲ ਇੱਕ ਹੋਰ ਹੈਗਾ, ਕਮਿੰਗ ਆਊਟ ਸੂਨ, ਜੋ ਛੇਤੀ ਹੀ ਮਾਰਕੀਟ ਵਿੱਚ ਆ ਰਿਹਾ ਹੈ। ਇਟ ਇਜ਼ ਈਵਨ ਫਾਸਟਰ, ਇਹ ਤੇ ਉਹਦੇ ਨਾਲੋਂ ਵੀ ਜ਼ਿਆਦਾ ਤੇਜ਼ ਹੈ। ਐਂਡ ਹੈਜ਼ ਡਬਲ ਦੀ ਸਟੋਰੇਜ, ਅਤੇ ਇਹਦੀ ਸਟੋਰੇਜ ਉਹ ਪਹਿਲੇ ਜਿਹੜਾ ਤੂੰ ਲੈਣ ਆਈ ਹੈ ਉਹ ਤੋਂ ਵੀ ਦੁੱਗਣੀ ਹੈ। ਹੀ ਸੈਡ, ਉਹ ਮੁਲਾਜ਼ਮ ਨੇ ਇੱਦਾਂ ਮੈਨੂੰ ਕਿਹਾ। ਆਈ ਗੋਟ ਐਕਸਾਈਟਿਡ ਫॉर ਅ ਬਿਟ, ਮੈਂ ਥੋੜੀ ਦੇਰ ਲਈ ਬੜੀ ਉਤੇਜਿਤ ਹੋਈ, ਮਤਲਬ ਕਿ ਇੱਕੋ ਨੰਬਰ ਦੀ ਝਰਨਾਟ ਜੀ ਹੋਈ, ਮੈਂ ਖੁਸ਼ੀ ਹੋਈ ਕਿ ਕਮਾਲ ਹੈ, ਮੈਂ ਤੇ ਇਹ ਵਾਲਾ ਲੈਣਾ ਹੀ ਸੀ, ਕਹਿੰਦਾ ਉਹ ਤੋਂ ਵੀ ਤੇਜ਼ ਹੈ ਤੇ ਇਹਦੀ ਸਟੋਰੇਜ ਉਹ ਤੋਂ ਦੁੱਗਣੀ ਹੈਗੀ ਹੈ। ਬਿਫੋਰ ਹੀ ਟੋਲਡ ਮੀ ਹਾਊ ਮਚ ਇਟ ਵੁੱਡ ਕਾਸਟ, ਪਰ ਇਸ ਤੋਂ ਪਹਿਲੇ ਕਿ ਉਹ ਦੱਸਦਾ, ਮੈਂ ਤਾਂ ਹੀ ਉਤੇਜਿਤ ਹੋਈ, ਪਰ ਜਦੋਂ ਉਹਨੇ ਮੈਨੂੰ ਉਹਦਾ ਰੇਟ ਦੱਸਿਆ ਤੇ ਫਿਰ ਸਾਰੀ ਮੇਰੀ ਉਤੇਜਨਾ ਉੜ ਗਈ। ਅਰਥਾਤ ਬਿਫੋਰ ਹੀ ਟੋਲਡ ਮੀ ਹਾਊ ਮਚ ਇਟ ਵੁੱਡ ਕਾਸਟ, ਜਦੋਂ ਉਹਨੇ ਮੈਨੂੰ ਉਹਦੀ ਕੀਮਤ ਦੱਸੀ, ਸੋ ਕੀਮਤ ਦੱਸਣ ਤੋਂ ਪਹਿਲੇ ਤੱਕ ਤੇ ਇਹ ਗੱਲ ਸੁਣ ਕੇ ਮੈਨੂੰ ਬੜੀ ਉਤੇਜਨਾ ਹੋਈ, ਉਸ ਤੋਂ ਬਾਅਦ ਫੁੱਸ। ਆਈ ਰੀਅਲਾਈਜ਼ਡ, ਮੈਂ ਮਹਿਸੂਸ ਕੀਤਾ, ਮੈਂ ਜਾਣਿਆ, ਮੈਂ ਸਮਝਿਆ, ਆਈ ਵੁੱਡ ਨੀਡ another 2 months of doing chores to be able to afford it, afford ਹੁੰਦਾ ਬੱਚਿਓ ਬਜਟ ਵਿੱਚ ਹੋਣਾ, ਜੇਬ ਦੀ ਸਮਰੱਥਾ ਦੇ ਵਿੱਚ ਹੋਣਾ, ਲੈ ਸਕਣ ਦੀ, ਖਰੀਦ ਸਕਣ ਦੀ ਸਮਰੱਥਾ ਹੋਣੀ, ਉਹਨੂੰ ਕਹਿੰਦੇ ਅਫੋਰਡ। ਕਹਿੰਦੇ ਜਦੋਂ ਉਹਨੇ ਰੇਟ ਦੱਸਿਆ ਤੇ ਮੈਂ ਉਸੇ ਵੇਲੇ ਆਪਣੇ ਮਾਈਂਡ ਵਿੱਚ ਕੈਲਕੂਲੇਟ ਕੀਤਾ, ਰਿਅਲਾਈਜ਼ ਕੀਤਾ ਕਿ ਮੈਨੂੰ ਤੇ ਇੱਦਾਂ 2 ਮਹੀਨੇ ਹੋਰ ਕੰਮ ਕਰਕੇ ਪੈਸੇ ਜੋੜਨੇ ਪੈਣਗੇ ਤਾਂ ਮੈਂ ਇਹ ਵਾਲਾ ਜਿਹੜਾ ਕੰਪਿਊਟਰ ਨਵਾਂ ਦੱਸ ਰਿਹਾ ਉਹ ਮੈਂ ਲੈ ਸਕਾਂਗੀ।
ਕਹਿੰਦੇ ਦਿਸ ਇਜ਼ ਵੈਨ ਆਈ ਰਿਅਲਾਈਜ਼ਡ, ਕਹਿੰਦੇ ਉਸ ਵੇਲੇ ਮੈਂ ਇਹ ਮਹਿਸੂਸ ਕੀਤਾ, ਰਿਅਲਾਈਜ਼ ਕੀਤਾ, ਦਿਸ ਇਜ਼ ਵੈਨ ਆਈ ਰਿਅਲਾਈਜ਼, ਉਸ ਵੇਲੇ ਮੇਰੇ ਦਿਮਾਗ 'ਚ ਇਹ ਗੱਲ ਆਈ, ਹਾਊ ਫਾਸਟ ਟੈਕਨੋਲੋਜੀ ਚੇਂਜਿਸ, ਕਿ ਜਿਹੜੀ ਤਕਨੀਕ ਹੈ ਇਹ ਕਿੰਨੀ ਛੇਤੀ ਛੇਤੀ ਬਦਲਦੀ ਹੈ। ਐਂਡ ਨੋ ਮੈਟਰ ਹਾਊ ਗੁੱਡ ਇਜ਼ ਮਸ਼ੀਨ, ਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜਿਹੜੀ ਮਸ਼ੀਨ ਆਈ ਹੈ ਉਹ ਕਿੰਨੀ ਵਧੀਆ ਹੈ। ਦੇਅਰ ਵਿਲ ਆਲਵੇਜ਼ ਬੀ ਅ ਬੈਟਰ ਫਾਸਟਰ ਮਾਡਲ, ਉਹ ਜਿਹੜੀ ਵਧੀਆ ਵੀ ਹੈ ਭਾਵੇਂ ਕਿੰਨੀ ਵਧੀਆ, ਉਹਦੀ ਟੱਕਰ ਤੇ ਕੋਈ ਨਾ ਕੋਈ ਜ਼ਿਆਦਾ ਤੇਜ਼ ਤੇ ਜ਼ਿਆਦਾ ਵਧੀਆ ਮਸ਼ੀਨ ਮਾਡਲ ਹਮੇਸ਼ਾ ਆਏਗਾ ਇਨ ਦੀ ਮਾਰਕੀਟ ਵਿੱਚ ਆਏਗਾ। ਬਿਫੋਰ ਯੂ ਫੁੱਲੀ ਗੈਟ ਯੂਜ਼ ਟੂ ਇਟ, ਇਸ ਤੋਂ ਪਹਿਲੇ ਕਿ ਤੁਸੀਂ ਜਿਹੜੀ ਤੁਹਾਡੇ ਕੋਲ ਹੈ ਤੁਸੀਂ ਉਹਦੀ ਪੂਰੀ ਵਰਤੋਂ ਕਰ ਸਕੋ, ਉਹਦੀ ਪੂਰੀ ਆਦਤ ਪਾ ਸਕੋ, ਉਹਦਾ ਪੂਰਾ ਲਾਹਾ ਲੈ ਸਕੋ, ਉਹਦੇ ਪੂਰੇ ਪੈਸੇ ਵਸੂਲ ਕਰ ਸਕੋ। ਤੁਸੀਂ ਲਏ ਹਾਲੇ ਤੁਹਾਨੂੰ ਸ਼ਾਇਦ ਕਈ ਵਾਰ ਤੇ ਹਫ਼ਤੇ ਹੀ ਹੋਏ ਹੁੰਦੇ ਨੇ, ਬੰਦਾ ਕਹਿੰਦਾ ਓਹੋ ਯਾਰ ਮੈਨੂੰ ਪਹਿਲੇ ਪਤਾ ਹੁੰਦਾ ਤਾਂ ਮੈਂ ਇਹ ਵਾਲਾ ਲੈ ਲੈਂਦਾ, ਇਹ ਤੇ ਇਹ ਵਾਲਾ ਮਾਰਕੀਟ 'ਚ ਆ ਗਿਆ। 2-3 ਮਹੀਨੇ ਬਾਅਦ ਤੇ ਆ ਹੀ ਜਾਂਦਾ ਹੈ। ਸੋ ਬਿਫੋਰ ਯੂ ਫੁੱਲੀ ਗੈਟ ਯੂਜ਼ ਟੂ ਦਾ ਵਨ ਯੂ ਗॉट, ਜਿਹੜਾ ਤੁਹਾਡੇ ਕੋਲ ਪਹਿਲਾਂ ਹੀ ਹੈ, ਇਸ ਤੋਂ ਪਹਿਲੇ ਕਿ ਤੁਹਾਨੂੰ ਉਹਦੀ ਪੂਰੀ ਆਦਤ ਪਵੇ, ਉਹਨੂੰ ਪੂਰੀ ਤਰ੍ਹਾਂ ਤੁਸੀਂ ਵਰਤ ਲਵੋ, ਉਹਦਾ ਪੂਰਾ ਲਾਹਾ ਲੈ ਲਵੋ, ਉਸ ਤੋਂ ਪਹਿਲਾਂ ਹੀ ਇੱਕ ਨਵੀਂ ਵਧੀਆ ਜ਼ਿਆਦਾ ਤੇਜ਼ ਉਹਦਾ ਮਾਡਲ ਆ ਜਾਂਦਾ ਹੈ। ਆਈ ਡਿਸਾਈਡਡ, ਮੈਂ ਫੈਸਲਾ ਕੀਤਾ, ਦੈਟ ਵੈਰੀ ਮੂਮੈਂਟ, ਉਸੇ ਘੜੀ ਉੱਥੇ ਖੜੇ ਖੜੇ ਜਦੋਂ ਮੇਰੇ ਵਿਚਾਰ ਮਨ ਚੱਲਿਆ, ਮੈਂ ਉਸੇ ਵੇਲੇ ਫੈਸਲਾ ਕੀਤਾ not to buy the computer ਨਾ ਖਰੀਦਣ ਦਾ ਫੈਸਲਾ ਕੀਤਾ। since I didn't want to spend my hard earned money, ਕਿਉਂਕਿ ਮੈਂ ਆਪਣੀ ਮਿਹਨਤ ਨਾਲ ਕੀਤੀ ਹੋਈ ਕਮਾਈ ਜਿਹੜੀ ਸੀਗੀ ਮੈਂ ਖਰਚਣਾ ਨਹੀਂ ਚਾਹੁੰਦੀ ਸੀ, ਕਿਹਦੇ ਤੇ, on something, ਕਿਸੇ ਐਸੀ ਚੀਜ਼ ਤੇ that would go down in value, ਜਿਹੜੀ ਕਿ ਬਹੁਤ ਛੇਤੀ ਆਪਣੀ ਕੀਮਤ ਵਿੱਚ ਆਪਣੇ ਮੁੱਲ ਵਿੱਚ ਥੱਲੇ ਡਿੱਗ ਜਾਏਗੀ, ਅਰਥਾਤ ਉਹਦੀ ਬੁੱਕਤ ਨਹੀਂ ਰਹਿ ਜਾਏਗੀ 2 ਮਹੀਨੇ ਬਾਅਦ ਹੀ। ਵਿਦਿਨ ਨੋ ਟਾਈਮ ਹੁੰਦਾ ਛੇਤੀ ਹੀ, ਦੇਖਦੇ ਹੀ, ਮਤਲਬ ਕਿ ਮੈਂ ਲਵਾਂਗੀ ਤੇ ਫਿਰ ਉਹ ਕਹਾਂਗੇ ਲੈ ਜੀ ਤੇ ਇਸ ਤੋਂ ਬਾਅਦ ਕੋਈ ਹੋਰ ਨਵਾਂ ਆ ਗਿਆ ਤੇ ਉਹਦੀ ਜਿਹੜੀ ਮੇਰੇ ਕੋਲ ਚੀਜ਼ ਪਹਿਲੇ ਸੀ ਉਹਦੀ ਵੈਲਿਊ ਥੱਲੇ ਹੋ ਜਾਏਗੀ। ਤੇ ਇਸ ਕਰਕੇ ਮੈਂ ਆਪਣੀ ਮਿਹਨਤ ਨਾਲ ਕਮਾਈ ਹੋਈ ਜਿਹੜੀ ਪੈਸਾ ਸੀਗਾ ਮੈਂ ਕਿਸੇ ਐਸੀ ਚੀਜ਼ ਤੇ ਨਹੀਂ ਲਾਣਾ ਚਾਹੁੰਦੀ ਸੀ ਜਿਹਦੀ ਵੈਲਿਊ, ਜਿਹਦੀ ਕੀਮਤ ਦੇਖਦੇ ਹੀ ਥੱਲੇ ਡਿੱਗ ਜਾਏਗੀ। ਆਈ ਐਂਡਿਡ ਅਪ ਇਨਵੈਸਟਿੰਗ, ਐਂਡਿਡ ਅਪ ਮੈਨੇ ਅਖੀਰ ਮੈਂ ਇਹ ਫੈਸਲਾ ਕੀਤਾ। ਇਨਵੈਸਟਿੰਗ ਆਲ ਆਫ ਇਟ, ਇਨਵੈਸਟ ਨਿਵੇਸ਼ ਕਰਨਾ, ਪੈਸੇ ਲਾਣੇ। ਇਨਵੈਸਟ ਦਾ ਮਤਲਬ ਹੁੰਦਾ ਬੱਚਿਓ ਕਿਸੇ ਇਹੋ ਜਿਹੀ ਸਕੀਮ ਵਿੱਚ, ਇਹੋ ਜਿਹੇ ਇੰਸਟਰੂਮੈਂਟ ਵਿੱਚ ਪੈਸੇ ਲਾਣੇ ਜਿੱਥੇ ਪੈਸੇ ਸੁਰੱਖਿਅਤ ਵੀ ਰਹਿਣਗੇ ਤੇ ਉਹਦੇ ਤੇ ਕੋਈ ਰਿਟਰਨ ਆਏਗਾ, ਕੋਈ ਵਿਆਜ ਮਿਲੇਗਾ ਜਾਂ ਉੱਤੇ ਕੋਈ ਕਮਾਈ ਹੋਏਗੀ। ਸੋ ਆਈ ਐਂਡਿਡ ਅਪ ਇਨਵੈਸਟਿੰਗ ਆਲ ਆਫ ਇਟ ਇਨ ਅ ਸੇਵਿੰਗਸ ਅਕਾਊਂਟ, ਬਚਤ ਖਾਤਾ ਵਿੱਚ ਮੈਂ ਸਾਰੇ ਪੈਸੇ ਪਾ ਦਿੱਤੇ। ਦਿਸ ਇਜ਼ ਹਾਊ ਆਈ ਲਰਨਡ ਦੀ ਵੈਲਿਊ ਆਫ ਮਨੀ, ਇਸ ਤਰ੍ਹਾਂ ਮੈਂ ਪੈਸੇ ਦੀ ਕੀਮਤ ਨੂੰ ਪਛਾਣਿਆ। ਸੋ ਪਿਆਰੇ ਵਿਦਿਆਰਥੀਓ, ਬੜਾ ਹੀ ਵਧੀਆ ਲੈਸਨ ਸੀਗਾ। ਦੇਖੋ ਇਹ 'ਚ ਉਮਰ ਵੀ ਦੱਸੀ ਹੈ, ਆਈ ਵਾਜ਼ 14, 14 ਸਾਲ ਦੀ, ਮਤਲਬ ਕਿ ਇਹ 7ਵੀਂ 8ਵੀਂ ਦੇ ਬੱਚਿਆਂ ਲਈ ਹੈਗਾ, 8ਵੀਂ 9ਵੀਂ ਦੇ ਬੱਚਿਆਂ ਲਈ। ਸੋ ਇਹ ਤੁਹਾਡੇ ਤੇ ਵੀ ਢੁਕਦਾ ਹੈਗਾ। ਸੋ ਤੁਸੀਂ ਕਦੀ ਵੀ ਆਪਣੇ ਮਾਪਿਆਂ ਨੂੰ ਇੱਦਾਂ ਨਵੀਆਂ ਚੀਜ਼ਾਂ ਲੈਣ ਲਈ ਤੰਗ ਨਾ ਕਰਿਆ ਕਰੋ। ਤੇ ਦੂਜੀ ਗੱਲ ਹੈ, ਆਪਣੇ ਘਰ ਮੰਮੀ ਡੈਡੀ ਦੇ ਜਿਹੜੇ ਘਰ ਦੇ ਕੰਮ ਹੁੰਦੇ ਨੇ, ਝਾੜੂ ਪੋਚਾ ਹੈ, ਕੱਪੜੇ ਨੇ, ਪੱਠੇ ਲਿਆਣੇ ਨੇ, ਵੱਢਣੇ, ਸਾਰੇ ਕੰਮਾਂ ਵਿੱਚ ਆਪਣੇ ਮਾਪਿਆਂ ਦੇ ਹੱਥ ਵਡਾਇਆ ਕਰੋ। ਇਹਨਾਂ ਤੁਹਾਡੀ ਸਿਹਤ ਵੀ ਵਧੀਆ ਹੋਏਗੀ, ਵਰਜਿਸ਼ ਵੀ ਹੋਏਗੀ, ਤੁਹਾਨੂੰ ਨੀਂਦ ਵੀ ਸੋਹਣੀ ਆਏਗੀ, ਤੁਹਾਨੂੰ ਭੁੱਖ ਵੀ ਵਧੀਆ ਲੱਗੇਗੀ, ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ, ਤੁਹਾਡੇ ਪੱਠੇ ਮਜ਼ਬੂਤ ਹੋਣਗੇ ਤੇ ਤੁਹਾਡੇ ਵਿੱਚ ਕੌਨਫੀਡੈਂਸ ਵੀ ਆਏਗਾ, ਕਿਉਂਕਿ ਤੁਸੀਂ ਇੰਨੇ ਸਾਰੇ ਕੰਮ ਜਿਹੜੇ ਨੇ ਆਪਣੇ ਘਰ ਵਿੱਚ ਹੀ ਬੜੇ ਆਰਾਮ ਦੇ ਨਾਲ ਸਿੱਖ ਸਕਦੇ ਹੋ, ਜਿਹੜੇ ਕੰਮ ਸਾਰੀ ਉਮਰ ਤੁਹਾਨੂੰ ਤੁਹਾਡੇ ਕੰਮ ਆਉਣਗੇ। ਤੇ ਕਦੀ ਵੀ ਸਾਨੂੰ ਬੱਚਿਓ ਪੈਸੇ ਇੱਦਾਂ ਬਰਬਾਦ ਨਹੀਂ ਕਰਨੇ ਚਾਹੀਦੇ, ਪੈਸੇ ਬਚਾਉਣੇ ਚਾਹੀਦੇ ਨੇ ਜਿਹੜੇ ਕਿ ਸਾਡੇ ਔਖੇ ਵੇਲੇ ਕੰਮ ਆਉਂਦੇ ਨੇ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡਾ ਲੈਸਨ ਨੰਬਰ 1 ਵੈਲਿਊ ਆਫ ਮਨੀ, ਜਿਹਦੀ ਅਸੀਂ ਰੀਡਿੰਗ ਕੀਤੀ ਤੇ ਟ੍ਰਾਂਸਲੇਸ਼ਨ ਕੀਤੀ। ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।